So good afternoon everybody. Again ਜੋ ਅੱਜ ਟੌਪਿਕ ਕੱਲ ਦਾ ਲੈਫਟ ਓਵਰ ਰਹਿ ਗਿਆ ਸੀ ਸਾਡਾ ਡਾਟਾ ਟਾਈਪਸ ਦਾ ਪਾਈਥਨ ਦੇ ਮੈਂ ਉਹੀ ਟੌਪਿਕ ਹੋਪਫੁਲੀ ਅੱਜ ਕੰਪਲੀਟ ਕਰਾਂਗਾ ਪਾਈਥਨ ਦੇ ਡਾਟਾ ਟਾਈਪਸ ਦਾ ਐਂਡ ਦੇਅਰ ਆਫਟਰ ਮੈਂ ਅੱਗੇ ਸਟ੍ਰਿੰਗਸ ਨੂੰ ਜਾਂ ਪਾਈਥਨ ਦੇ ਹੋਰ ਮੈਂ ਜਿਹੜੇ ਫੰਕਸ਼ਨਸ ਹੈ ਉਹਨਾਂ ਨੂੰ ਮੈਂ ਕਵਰ ਅਪ ਕਰਾਂਗਾ ਠੀਕ ਹੈ ਸੋ ਕੱਲ ਡਾਟਾ ਟਾਈਪਸ ਦੇ ਬਾਰੇ ਤਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਦੋ ਡਾਟਾ ਟਾਈਪਸ ਅਸੀਂ ਕਰ ਚੁੱਕੇ ਹਾਂ ਇੱਕ ਤੁਹਾਡਾ ਅਸੀਂ ਮੇਨ ਜਿਹੜਾ ਡਾਟਾ ਟਾਈਪ ਹੈ ਨਾ ਨੰਬਰ ਜਿਹੜੇ ਨੰਬਰ ਅਸੀਂ ਯੂਜ਼ ਕਰਦੇ ਹਾਂ ਨੂਮੈਰਿਕ ਡਾਟਾ ਟਾਈਪ ਥੈਟ ਵੀ ਹੈਵ ਆਲਰੇਡੀ ਡਨ ਠੀਕ ਹੈ ਉਸ ਤੋਂ ਬਾਅਦ ਜਿਹੜਾ ਡਾਟਾ ਟਾਈਪ ਸੀ ਜਿਹਦੇ ਨਾਲ ਸਟ੍ਰਿੰਗਸ ਐਸੋਸੀਏਟਿਡ ਸੀਗੀਆਂ ਲਿਸਟ ਐਸੋਸੀਏਟਿਡ ਸੀ ਟਿਊਪਲ ਐਸੋਸੀਏਟਿਡ ਸੀ ਸਟ੍ਰਿੰਗ ਦੇ ਫੰਕਸ਼ਨਸ ਅਗਰ ਮੈਂ ਤੁਹਾਡਾ ਲਿਸਟ ਦੀ ਐਗਜ਼ਾਮਪਲ ਡਾਟਾ ਟਾਈਪ ਦੀ ਗੱਲ ਕਰਾਂ ਜਾਂ ਟਿਊਪਲ ਦੀ ਗੱਲ ਕਰਾਂ ਜਾਂ ਸਟ੍ਰਿੰਗ ਦੀ ਗੱਲ ਕਰਾਂ these three data types are related with the string functions in addition to these there are three other data types ਜਿਹੜੇ ਕਿ ਪਾਈਥਨ ਦੇ ਵਿੱਚ ਯੂਜ਼ ਹੁੰਦੇ ਔਰ ਕੱਲ ਜਿਹੜੇ ਮੈਂ ਤੁਹਾਡਾ ਡਾਟਾ ਟਾਈਪਸ ਦੀ ਗੱਲ ਕਰ ਰਿਹਾ ਸੀ ਲਿਸਟ ਡਾਟਾ ਟਾਈਪ ਜਾਂ ਟਿਊਪਲ ਡਾਟਾ ਟਾਈਪ ਉਹ ਕਲੈਕਸ਼ਨ ਆਫ ਡਾਟਾ ਟਾਈਪ ਹੈ ਤੁਸੀਂ 4th ਸਮੈਸਟਰ ਦੇ ਵਿੱਚ ਡਾਟਾ ਸਟਰਕਚਰ ਪੜਿਆ ਹੋਵੇਗਾ ਅਗਰ ਤੁਸੀਂ ਡਾਟਾ ਸਟਰਕਚਰ ਦੀ ਗੱਲ ਕਰੋ ਅਸੀਂ ਐਰੇ ਨੂੰ ਇੱਕ ਡਾਟਾ ਸਟਰਕਚਰ ਕਰਨੇ ਹੈ ਐਰੇ ਇੱਕ ਡਾਟਾ ਸਟਰਕਚਰ ਕਿਉਂ ਹੈ because array is a collection of homogeneous data items ਇਸੇ ਕਰਕੇ ਅਸੀਂ array ਨੂੰ ਇੱਕ ਡਾਟਾ ਸਟਰਕਚਰ ਕਹਿੰਦੇ on the same way ਅਸੀਂ string ਨੂੰ ਵੀ ਇੱਕ ਡਾਟਾ ਸਟਰਕਚਰ ਡਾਟਾ ਟਾਈਪ ਕਰਨੇ ਆ ਅਸੀਂ list ਨੂੰ ਵੀ ਇੱਕ ਡਾਟਾ ਟਾਈਪ ਕਰਨੇ ਆ ਅਸੀਂ tuple ਨੂੰ ਵੀ ਇੱਕ ਡਾਟਾ ਟਾਈਪ ਕਰਨੇ ਆ and the third data type ਜਿਹੜਾ ਸੀ ਪਾਈਥਨ ਦੇ ਵਿੱਚ widely use ਹੁੰਦਾ that is this set data tuple ਦੇ ਵਿੱਚ ਕਿਸ ਕਾਈਂਡ ਦੇ ਬ੍ਰੈਕਟਸ ਯੂਜ਼ ਹੋ ਰਹੀਆਂ ਸੀ ਅਗਰ ਲਿਸਟ ਦੀ ਗੱਲ ਕਰੀਏ ਅਸੀਂ ਸਕੁਅਰ ਬ੍ਰੈਕਟ ਯੂਜ਼ ਕਰ ਰਹੇ ਸੀ ਅਗਰ ਅਸੀਂ ਟਿਊਪਲ ਦੀ ਬ੍ਰੈਕਟ ਟਿਊਪਲ ਦੀ ਗੱਲ ਕਰੀਏ ਅਸੀਂ ਛੋਟੇ ਬ੍ਰੈਕਟ ਨੂੰ ਯੂਜ਼ ਕਰ ਰਹੇ ਸੀ ਐਂਡ ਇਸ ਸੈਟ ਡਾਟਾ ਟਾਈਪ ਦੇ ਵਿੱਚ this bracket that is being used ਅਸੀਂ ਇਹਨਾਂ ਬ੍ਰੇਸਿਸ ਤੋਂ ਹੀ ਇਸ ਬ੍ਰੈਕਟਸ ਤੋਂ ਹੀ ਆਇਡੈਂਟੀਫਾਈ ਕਰ ਸਕਦੇ ਹਾਂ that a data type ਕਿਸ ਕਾਈਂਡ ਦਾ First point about set data type is it is an unordered. It is not ordered. अगर ट्यूपल की गल करिए या लिस्ट की गल करिए दोनों ordered है they are organized in some order लेकिन ਤੁਹਾਡਾ set data type है set data type is an unorganized ਜਿੱਦਾਂ ਡਾਟਾ ਹੈ ਉਹਦਾ ਦਾ ਉਹਦਾ ਹੀ ਰਹੇਗਾ ਕਿਸੇ ਪਾਰਟਿਕੂਲਰ ਆਰਡਰ ਦੇ ਵਿੱਚ ਸੈਟ ਡਾਟਾ ਟਾਈਪ ਨਹੀਂ ਹੁੰਦਾ ਅਗਰ ਅਸੀਂ ਇੱਕ ਬੇਸਿਕ ਡਿਸਟਿੰਕਸ਼ਨ ਦੀ ਗੱਲ ਕਰੀਏ ਨਾ ਬੇਸਿਕ ਡਿਸਟਿੰਕਸ਼ਨ ਇਹੀ ਹੈ that list and tuple that is the collection of organized data type ਜਿਹੜਾ set data type ਹੈ it is a collection of unorganized data items set is defined by values separated by comma inside the braces ਇਹ braces use ਹੁੰਦੇ ਆ set data type ਦੇ ਵਿੱਚ list ਵੀ ਇਦਾਂ ਹੀ ਹੈ tuple ਵੀ ਇਦਾਂ ਹੀ ਹੈ ਲੇਕਿਨ ਉਹ ਆਰਗੇਨਾਈਜ਼ਡ ਡਾਟਾ ਹੈ ਸੈਟ ਅਨਆਰਗੇਨਾਈਜ਼ਡ ਡਾਟਾ ਹੁਣ ਤੁਸੀਂ ਇਹ ਵੀ ਕੁਐਸਚਨ ਤੁਹਾਡੇ ਦਿਮਾਗ 'ਚ ਆਉਂਦਾ ਹੋਣਾ ਵੀ ਸਰ ਆਰਗੇਨਾਈਜ਼ ਕੀ ਹੈ ਅਨਆਰਗੇਨਾਈਜ਼ ਕੀ ਹੈ ਮੈਂ ਤੁਹਾਨੂੰ ਹੁਣੇ ਜਿਹੜੀ ਇੱਕ ਲਾਈਵ ਐਗਜ਼ਾਮਪਲ ਤੁਹਾਨੂੰ ਲਾਂਗਾ ਉਹ ਤੋਂ ਥੋੜਾ ਤੁਹਾਨੂੰ ਹੋਰ ਕਲੈਰਿਟੀ ਹੋਏਗੀ ਵੀ ਮੈਂ ਆਰਗੇਨਾਈਜ਼ ਕਿਹਨੂੰ ਕਹਿ ਰਿਹਾ ਔਰ ਅਨਆਰਗੇਨਾਈਜ਼ਡ ਕਿਹਨੂੰ ਕਹਿ ਰਿਹਾ ਆਈਟਮ ਇਨ ਸੈਟ ਆਰ ਨਾਟ ਆਰਡਰਡ ਜਿੱਦਾਂ ਇੱਕ ਐਗਜ਼ਾਮਪਲ ਮੈਂ ਲੈਤੀ ਹੋਈ ਹੈ A is equal to set data type 5 2 3 1 4 they are not in any order ਕਿਸੇ ਪਾਰਟਿਕੂਲਰ ਆਰਡਰ 'ਚ ਨਹੀਂ ਹੈ ਅਗਰ ਜੇ ਤੁਸੀਂ ਕਹੋ ਇੱਕ ਅਸੈਂਡਿੰਗ ਆਰਡਰ 'ਚ ਹੈ ਜਾਂ ਡਿਸੈਂਡਿੰਗ ਆਰਡਰ 'ਚ ਹੈ they are not in any kind of order ਇਹ ਕਿਸੇ ਵੀ ਸਪੈਸਿਫਿਕ ਆਰਗੇਨਾਈਜ਼ਡ ਵੇ ਦੇ ਨਾਲ ਸਪੈਸੀਫਾਈਡ ਨਹੀਂ ਹੈ ਨੈਕਸਟ ਇਜ਼ ਪ੍ਰਿੰਟ A ਜੋ ਇੱਥੇ ਲਿਖਿਆ ਹੈ ਉਹੀ ਪ੍ਰਿੰਟ ਹੋਣਾ ਆ ਇੱਥੇ ਪ੍ਰਿੰਟਿੰਗ ਗਲਤ ਲਿਖੀ ਹੋਈ ਹੈ ਇੱਥੇ ਇਹੀ ਲਿਖਿਆ ਜਾਣਾ ਸੀ 5 2 3 1 4 1 2 3 5 4 5 ਨਹੀਂ ਹੋਣਾ ਸੀ ਇਹੀ ਆਣਾ ਸੀ 5 2 3 1 4
ਔਰ ਡਾਟਾ ਟਾਈਪ ਕੀ ਹੈ? ਕਲਾਸ ਸੈਟ। ਇਸ ਬ੍ਰੈਕਟ ਤੋਂ ਹੀ ਸਪੈਸੀਫਾਈ ਹੋ ਜਾਂਦਾ ਹੈ that ਇਹ ਡਾਟਾ ਟਾਈਪ ਤੁਹਾਡਾ ਸੈਟ ਡਾਟਾ ਟਾਈਪ ਹੈ। this is not list, this is not tuple। ਇਹਨਾਂ ਤੋਂ ਇਹ ਚੀਜ਼ ਕਲੀਅਰ ਹੋ ਜਾਂਦੀ ਹੈ। ਹੁਣ ਅਸੀਂ ਸੈਟਸ ਦੇ ਕੁਝ ਆਪਰੇਸ਼ਨਸ ਪਰਫਾਰਮ ਹੁੰਦੇ ਆ ਜਿਹੜੇ ਕਿ ਆਪਰੇਸ਼ਨਸ ਤੁਹਾਡੇ ਟਿਊਪਲਸ ਦੇ ਵਿੱਚ ਜਾਂ ਲਿਸਟ ਵਿੱਚ ਪਰਫਾਰਮ ਨਹੀਂ ਹੁੰਦੇ ਸੀ। we can perform set operations like union, intersection on two sets। ਦੋ ਸੈਟਸ ਨੂੰ ਕੰਬਾਈਨ ਕਰਨਾ ਹੈ, ਅਸੀਂ ਉੱਤੇ ਯੂਨੀਅਨ ਐਂਡ ਇੰਟਰਸੈਕਸ਼ਨ ਪਰਫਾਰਮ ਕਰ ਸਕਦੇ ਹਾਂ। they can eliminate duplicate values। they can eliminate duplicate values। ਅਗਰ ਤੁਸੀਂ duplicate values ਨੂੰ eliminate ਕਰਨਾ ਹੈ ਤਾਂ ਅਸੀਂ ਇਹ ਆਪਰੇਸ਼ਨਸ ਪਰਫਾਰਮ ਕਰ ਸਕਦੇ। ਫॉर एग्जांपल ਆ ਦੇਖੋ ਇੱਕ ਐਗਜ਼ਾਮਪਲ ਇੱਥੇ ਦਿੱਤੀ ਹੋਈ ਹੈ। ਇੱਕ ਇੱਥੇ ਹੋਰ ਇੰਪੋਰਟੈਂਟ ਪੁਆਇੰਟ ਹੈ, ਸੈਟ ਦੇ ਵਿੱਚ ਯੂਨੀਕ ਵੈਲਿਊਜ਼ ਹੁੰਦੀਆਂ, ਰਿਪੀਟਡ ਵੈਲਿਊਜ਼ ਨਹੀਂ ਹੁੰਦੀਆਂ। look at this example, a is equal to a bracket start, ਇਹਦਾ ਮਤਲਬ ਸੈਟ ਹੈ 1 2 2 3 3 3। ਦੋ ਵਾਰੀ ਰਿਪੀਟ ਹੋ ਰਿਹਾ, ਤਿੰਨ ਵਾਰੀ ਰਿਪੀਟ ਹੋ ਰਿਹਾ। ਉੱਪਰ ਮੈਂ ਕੀ ਲਾਈਨ ਲਿਖੀ ਹੋਈ ਹੈ? ਸੈਟ ਹੈਵ ਯੂਨੀਕ ਵੈਲਿਊਜ਼। ਜਦੋਂ ਤੁਸੀਂ ਇਹਨੂੰ ਪ੍ਰਿੰਟ ਇਹ ਕਰੋਗੇ, ਇਹਨੇ 1 2 3 ਬਾਕੀ ਦੋ ਨੂੰ ਇੱਕ ਵਾਰੀ ਰੱਖਣਾ, ਤਿੰਨ ਨੂੰ ਇੱਕ ਵਾਰੀ ਰੱਖਣਾ, ਕਿਉਂਕਿ ਸੈਟ ਦੇ ਵਿੱਚ ਯੂਨੀਕ ਵੈਲਿਊਜ਼ ਹੁੰਦੀਆਂ, ਰਿਪੀਟਿਵ ਵੈਲਿਊਜ਼ ਨਹੀਂ ਹੁੰਦੀ। set is unorganized, लेकिन set have got unique values, repeative values नहीं होंगे। since sets are unordered collection, क्योंकि set ਦੇ ਵਿੱਚ ਕੋਈ specific order ਦੇ ਵਿੱਚ data organize ਨਹੀਂ ਕੀਤਾ ਜਾਂਦਾ, it is unordered। ਇਸੇ ਕਰਕੇ ਜੋ indexing ਤੁਹਾਡੀ strings ਦੇ ਵਿੱਚ ਹੁੰਦੀ ਹੈ ਜਾਂ ਜੋ indexing ਤੁਹਾਡੀ list ਵਿੱਚ ਹੁੰਦੀ ਹੈ ਜਾਂ ਜੋ indexing ਤੁਹਾਡੀ tuple ਚ ਹੁੰਦੀ ਹੈ, set ਦੇ ਵਿੱਚ ਉਹ indexing ਦਾ ਕੋਈ ਮਤਲਬ ਨਹੀਂ ਹੈ। ਇਸ ਕਰਕੇ slicing operator doesn't work on sets। slicing operator operate ਕਰਦਾ ਹੈ tuple ਤੇ, slicing operator operate ਕਰਦਾ ਹੈ ਤੁਹਾਡੇ list ਤੇ, ਲੇਕਿਨ sets ਤੇ slicing operator work ਨਹੀਂ ਕਰਦਾ ਹੈ। note this an important point। अगर क्वेश्चन ए आ जाता है that why slicing operator doesn't operate on lists, इसका एक बड़ा वैलिड रीजन है, बिकॉज चिड़िया लिस्ट है या ट्यूपल है, it is a collection of organized data, whereas sets are collection of unorganized data। अगर डाटा अनऑर्गेनाइज्ड है, डाटा किसी पर्टिकुलर ऑर्डर च नहीं है, इस करके ਉਹਦੇ ਤੇ slicing operator operate नहीं करता। Now look at this one, a is equal to 1 2 3। मैं तो slicing operator लगाया a1। slicing operator इसलिए नहीं लगदा ਸੀਗਾ, अगर ਤੁਸੀਂ ਲਾਸਟ ਲੈਕਚਰ ਧਿਆਨ ਨਾਲ ਦੇਖਿਆ ਹੋਵੇ, ਇਹਦੀ ਆਉਟਪੁੱਟ ਆਈ ਹੈ error, set object does not support index। ਜਿਹੜਾ set object ਹੈ ਇਹ ਇੰਡੈਕਸਿੰਗ ਨੂੰ ਸਪੋਰਟ ਨਹੀਂ ਕਰਦਾ, ਇਸ ਕਰਕੇ ਸਲਾਈਸਿੰਗ ਆਪਰੇਟਰ ਇਹਦੇ ਤੇ ਨਹੀਂ ਲੱਗਦਾ। ਸੋ ਇਹ ਜਿਹੜਾ ਡਾਟਾ ਟਾਈਪ ਹੈ, this data type is your set data type। ਇਸ ਤੋਂ ਬਾਅਦ ਜਿਹੜਾ ਸਾਡਾ ਡਾਟਾ ਟਾਈਪ ਹੈ that is your dictionary data type। ਔਰ ਇੱਕ ਲਾਸਟ ਡਾਟਾ ਟਾਈਪ ਹੈ that is boolean, ਜਿਹੜਾ ਕਿ ਬਹੁਤ ਈਜ਼ੀ ਔਰ ਸਿੰਪਲ ਡਾਟਾ ਟਾਈਪ ਹੈ, ਕੋਈ ਖਾਸ ਨਹੀਂ ਹੈ ਅੱਜ। ਡਿਕਸ਼ਨਰੀ ਡਾਟਾ ਟਾਈਪ ਕੀ ਹੈ? ਡਿਕਸ਼ਨਰੀ ਡਾਟਾ ਟਾਈਪ ਵੀ ਅਨਆਰਡਰਡ ਹੈ, ਇਟ ਇਜ਼ ਨਾਟ ਆਰਡਰਡ, ਲੇਕਿਨ ਇਹਦੇ ਵਿੱਚ ਕੀ ਹੈ, ਇੱਕ ਕੀ ਵੈਲਿਊ ਦਾ ਪੇਅਰ ਬਣਦਾ ਹੈ। ਡਿਕਸ਼ਨਰੀ ਡਾਟਾ ਟਾਈਪ ਦੇ ਵਿੱਚ ਦਿਸ ਇਜ਼ ਡਿਫਰੈਂਟ ਫਰੋਮ ਆਰ ਡਾਟਾ ਟਾਈਪਸ। ਇਹਦੇ ਵਿੱਚ ਇੱਕ ਕੀ ਨਾਲ ਉਸ ਕੀ ਦੇ ਵੈਲਿਊ ਉਹਦਾ ਪੇਅਰ ਬਣਦਾ ਹੈ ਇਨ ਡਿਕਸ਼ਨਰੀ ਡਾਟਾ ਟਾਈਪ। ਔਰ ਕਿਦੋਂ ਡਾਟਾ ਟਾਈਪ ਯੂਜ਼ ਹੁੰਦਾ ਹੈ? This data type is generally used when you have got huge amount of data। ਜਦੋਂ ਸਾਡੇ ਕੋਲ ਬਹੁਤ ਜ਼ਿਆਦਾ ਡਾਟਾ ਅਵੇਲੇਬਲ ਹੈ, ਉਸ ਕੇਸ ਦੇ ਵਿੱਚ ਹੀ ਅਸੀਂ ਡਿਕਸ਼ਨਰੀ ਡਾਟਾ ਟਾਈਪ ਨੂੰ ਯੂਜ਼ ਕਰਦੇ ਹਾਂ। ਅਦਰਵਾਈਜ਼ ਸਿੰਪਲ ਜੇ ਕੋਈ ਵੀ ਪ੍ਰੋਗਰਾਮਸ ਬਣਾਉਣੇ ਹੈ ਜੋ ਤੁਸੀਂ ਬਣਾਉਂਦੇ ਹੋ, ਉਹਨਾਂ ਕੇਸਿਸ ਦੇ ਵਿੱਚ ਡਿਕਸ਼ਨਰੀ ਡਾਟਾ ਟਾਈਪ ਦਾ ਇੰਨਾ ਰੋਲ ਨਹੀਂ ਹੁੰਦਾ।
Dictionaries are optimized for retrieving data, or we must know the key to retrieve that particular value. Again, now dictionaries are defined with braces, with each item being in pair to form a value. Key te value बनती है और key te value किसी भी different type दी हो सकती है. एक example given है. एस ब्रैकेट तो पता लगता है इट इज अ डिक्शनरी डाटा टाइप, लेकिन अगर ਤੁਸੀਂ ਸੈਟ ਡਾਟਾ ਟਾਈਪ 'ਚ ਦੇਖੋ ਤਾਂ ਉੱਥੇ ਵੀ ਇਹੀ ਬ੍ਰੈਕਟ ਲੱਗ ਰਹੀ ਹੈ, ਲੇਕਿਨ ਇਹਦੇ ਵਿੱਚ ਕੀ ਵੈਲਿਊ ਦਾ ਪੇਅਰ ਹੈ, ਜਦਕਿ ਸੈਟ ਡਾਟਾ ਟਾਈਪ ਦੇ ਵਿੱਚ ਕੀ ਵੈਲਿਊ ਦਾ ਪੇਅਰ ਨਹੀਂ ਹੈ. 1 ਇਜ਼ ਯੂਰ ਕੀ, ਇੱਕ ਤੁਹਾਡੀ ਕੀ ਹੈ, ਉਹਦਾ ਕੋਰਸਪੋਂਡਿੰਗ ਵੈਲਿਊ ਹੈ ਕੀ ਵੈਲਿਊ. ਔਰ ਅਗਰ ਇਸ ਨੂੰ ਦੇਖੋਗੇ ਕਿੱਦਾਂ ਦਾ ਡਾਟਾ ਟਾਈਪ ਹੈ ਡੀ, ਤੁਹਾਡੇ ਸਾਹਮਣੇ ਆ ਗਿਆ ਆਊਟਪੁੱਟ ਇਜ਼ ਡਿਕਸ਼ਨਰੀ. ਹੁਣ ਉਹਦੇ ਕੰਟੈਕਸਟ ਹੋਰ ਐਗਜ਼ਾਮਪਲਸ ਵੀ ਤੁਹਾਡੇ ਕੋਲ ਹੈਗੀਆਂ. ਸੇਮ ਇਹੀ ਐਗਜ਼ਾਮਪਲ ਹੈ ਤੇ ਫਾਰਮੂਲੇਟ ਕੀਤੀ ਹੈ ਕਿਸ ਵੇ ਨਾਲ ਅਸੀਂ ਇਹ ਇੰਡੈਕਸਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਇਹਦੇ ਵਿੱਚ ਇੰਡੈਕਸ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ. ਜਿਸ ਤਰ੍ਹਾਂ ਅਸੀਂ ਇੱਥੇ ਸਲਾਈਸਿੰਗ ਆਪਰੇਟਰ ਯੂਜ਼ ਕੀਤਾ ਸੀ, ਅਸੀਂ ਡਿਕਸ਼ਨਰੀ ਡਾਟਾ ਟਾਈਪ ਦੇ ਵਿੱਚ ਵੀ ਅਸੀਂ ਸਲਾਈਸਿੰਗ ਆਪਰੇਟਰ ਯੂਜ਼ ਕਰਨ ਦੀ ਕੋਸ਼ਿਸ਼ ਕਰਾਂਗੇ. ਡੀ ਕੀ ਵੈਲਿਊ ਕੀ ਵੈਲਿਊ, ਇਹਦਾ ਟਾਈਪ ਕੀ ਹੈ, ਇਹਦਾ ਆਨਸਰ ਆਏਗਾ ਡਿਕਸ਼ਨਰੀ. ਹੁਣ ਜਦੋਂ ਇੱਥੇ ਲਿਖਿਆ ਪ੍ਰਿੰਟ d1 is equal to d1, print d key is equal to d key, ਲੇਕਿਨ ਹੁਣ ਇੱਕ ਪੁਆਇੰਟ ਤੇ ਮੈਂ ਤੁਹਾਨੂੰ ਇੱਕ ਚੀਜ਼ ਤੁਹਾਨੂੰ ਦੱਸਦਾ, ਜਦੋਂ ਤੱਕ ਅਸੀਂ ਨਾਰਮਲ ਵੈਲਿਊਜ਼ ਨੂੰ ਇਹਦੇ ਨਾਲ ਆਰਗੇਨਾਈਜ਼ ਕਰਦੇ ਹਾਂ ਨਾ, ਜਦੋਂ ਤੱਕ ਅਸੀਂ ਇਹਦੇ ਵਿੱਚ ਡਿਕਸ਼ਨਰੀ ਦੇ ਵਿੱਚ ਨਾਰਮਲ ਵੈਲਿਊਜ਼ ਨੂੰ ਅਸੀਂ ਆਰਗੇਨਾਈਜ਼ ਕਰਦੇ ਹਾਂ, ਇਟ ਇਜ਼ ਗੋਇੰਗ ਟੂ ਗਿਵ ਯੂ ਰਿਜ਼ਲਟ. ਜਦੋਂ ਅਸੀਂ ਨਾਰਮਲ ਵੈਲਿਊਜ਼ ਨੂੰ ਆਰਗੇਨਾਈਜ਼ ਕਰਾਂਗੇ ਤੁਹਾਨੂੰ ਰਿਜ਼ਲਟ ਦੇਗਾ. ਜਦੋਂ ਅਸੀਂ ਕੀ ਪੇਅਰ ਨੂੰ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ, then this is going to generate you error, ਕਿਉਂਕਿ ਡਿਕਸ਼ਨਰੀ ਡਾਟਾ ਟਾਈਪ ਦੇ ਵਿੱਚ ਤੁਹਾਡਾ ਸਲਾਈਸਿੰਗ ਆਪਰੇਟਰ ਆਪਰੇਟ ਨਹੀਂ ਹੁੰਦਾ. ਐਂਡ ਲਾਸਟ ਐਂਡ ਦਾ ਮੋਸਟ ਐਵੀਡੈਂਟ ਡਾਟਾ ਟਾਈਪ ਜਿਹੜਾ ਤੁਸੀਂ ਯੂਜ਼ ਕੀਤਾ that is boolean. ਔਰ boolean ਅਸੀਂ ਆਮ ਤੌਰ ਤੇ ਉੱਥੇ ਯੂਜ਼ ਕਰਾਂਗਾ if x is greater than y. x greater than y ਹੈ, either it is true or it is false. ਜਿੱਥੇ ਸਾਨੂੰ ਟਰੂ ਐਂਡ ਫਾਲਸ ਦੇ ਨੈਰੇਟਿਵਸ ਰਿਕੁਆਇਰਡ ਹੋਊਗੇ ਨਾ, ਉਸ ਪੁਆਇੰਟ ਆਫ ਟਾਈਮ ਤੇ ਅਸੀਂ ਬੂਲੀਅਨ ਡਾਟਾ ਟਾਈਪ ਯੂਜ਼ ਕਰਾਂਗੇ, ਅਦਰਵਾਈਜ਼ ਬੂਲੀਅਨ ਡਾਟਾ ਟਾਈਪ ਦੀ ਜ਼ਰੂਰਤ ਨਹੀਂ ਹੁੰਦੀ. Data type with one of the two built-in values, true and false, such kind of data type that is being called as boolean. Boolean objects are equal to true or false. और अगर ਅਸੀਂ true और false ਨੂੰ ਕਿਸ ਵੇ ਨਾਲ ਡਿਪਿਕਟ ਕਰਾਂਗੇ, true ਨੂੰ t ਦੇ ਨਾਲ ਡਿਪਿਕਟ ਕਰਾਂਗੇ, false ਨੂੰ f ਨਾਲ ਡਿਪਿਕਟ ਕਰਾਂਗੇ. ਇੱਕ ਪਾਈਥਨ ਦਾ ਪ੍ਰੋਗਰਾਮ ਬਣਾਇਆ ਹੈ ਟੂ ਡਿਪਿਕਟ ਬੂਲੀਅਨ ਡਾਟਾ ਟਾਈਪ. ਪਾਈਥਨ ਟਾਈਪ ਟਰੂ, ਇਹਦਾ ਮਤਲਬ ਇਹਦਾ ਡਾਟਾ ਟਾਈਪ ਕੀ ਹੈ, ਬੂਲੀਅਨ. ਇਹਦਾ ਡਾਟਾ ਟਾਈਪ ਕੀ ਹੈ, ਬੂਲੀਅਨ. ਤੀਸਰੇ ਕੇਸ ਦੇ ਵਿੱਚ ਅਗਰ ਧਿਆਨ ਨਾਲ ਦੇਖੋ, ਤੀਸਰੇ ਕੇਸ ਦੇ ਵਿੱਚ ਟਰੂ ਦੇ ਸਪੈਲਿੰਗ ਟੀ ਸਮਾਲ ਕੇਸ ਆ ਗਿਆ. ਪਹਿਲੇ ਕੇਸ 'ਚ ਅਸੀਂ ਲਿਖਿਆ ਪ੍ਰਿੰਟ ਟਾਈਪ ਟਰੂ, ਟੀ ਕੈਪੀਟਲ ਹੈ, TRUE. ਦਿਸ ਇਜ਼ ਇਹਦੀ ਆਊਟਪੁੱਟ ਆ ਗਈ, ਇਟਸ ਅ ਬੂਲੀਅਨ ਡਾਟਾ ਟਾਈਪ. ਦਿਸ ਇਜ਼ ਦਾ ਆਊਟਪੁੱਟ. ਦੂਸਰੇ ਕੇਸ ਦੇ ਵਿੱਚ ਟਾਈਪ ਫਾਲਸ ਲਿਖਿਆ, ਇਹਦੀ ਆਊਟਪੁੱਟ ਆ ਗਈ, ਇਹਦੀ ਕਲਾਸ ਬੂਲੀਅਨ ਹੈ. ਤੀਸਰੇ ਕੇਸ ਦੇ ਵਿੱਚ ਟਾਈਪ ਟਰੂ ਲਿਖਿਆ ਲੇਕਿਨ ਟੀ ਕੈਪੀਟਲ ਨਹੀਂ ਹੈ. ਔਰ ਮੈਂ ਤੁਹਾਨੂੰ ਪਿੱਛੇ ਵੀ ਇਹੀ ਗੱਲ ਕੀਤੀ ਸੀ, ਅਗੇਨ ਆਈ ਐਮ ਟੈਲਿੰਗ ਯੂ, ਪਾਈਥਨ ਦੇ ਲਈ ਅਪਰ ਕੇਸ ਐਂਡ ਲੋਅਰ ਕੇਸ ਕੈਰੈਕਟਰਸ ਆਰ ਡਿਫਰੈਂਟ. ਪਾਈਥਨ ਇਜ਼ ਅ ਕੇਸ ਸੈਂਸਿਟਿਵ ਲੈਂਗੁਏਜ. इसने एरर जनरेट किया that it is not recognizing this TRUE. So while doing programming in Python, ਤੁਸੀਂ ਇਸ ਚੀਜ਼ ਦਾ ਧਿਆਨ ਰੱਖਿਓ, ਲੋਅਰ ਕੇਸ ਐਂਡ ਅਪਰ ਕੇਸ ਕੈਰੈਕਟਰਸ ਨੂੰ Python ਡਿਫਰੈਂਸ਼ੀਏਟ ਕਰਦਾ ਹੈ. ਸੋ ਵਿਦ ਦਿਸ ਮੈਂ ਜਿਹੜਾ ਤੁਹਾਡਾ ਇਹ ਜਿਹੜਾ ਟੌਪਿਕ ਸੀ ਡਾਟਾ ਟਾਈਪਸ, Python ਦੇ ਵਿੱਚ 5 ਬ੍ਰੌਡਲੀ ਡਾਟਾ ਟਾਈਪਸ ਹੈ ਔਰ 5 ਡਾਟਾ ਟਾਈਪਸ ਅੱਗੇ ਫਰਦਰ ਡਿਵਾਈਡਡ ਹੈ डिफरेंट डाटा टाइप्स ਦੇ ਵਿੱਚ, ਔਰ ਮੈਂ 5 ਦੇ 5 ਡਾਟਾ ਟਾਈਪ ਤੁਹਾਨੂੰ ਕਵਰ ਅਪ ਕੀਤੇ. ਬੂਲੀਅਨ ਡਾਟਾ ਟਾਈਪ ਯੂਜ਼ ਹੁੰਦਾ ਹੈ, ਨੰਬਰ ਡਾਟਾ ਟਾਈਪ ਯੂਜ਼ ਹੁੰਦਾ ਹੈ, ਲਿਸਟ ਡਾਟਾ ਟਾਈਪ ਯੂਜ਼ ਹੁੰਦਾ ਹੈ, ਸਟ੍ਰਿੰਗ ਹੋਏਗਾ, ਦੈਨ ਤੁਹਾਡੇ ਟਿਊਪਲ ਹੋਏਗਾ,
ਔਰ ਕੁਝ ਡਾਟਾ ਟਾਈਪਸ ਅਗਰ ਡਿਕਸ਼ਨਰੀ ਦੀ ਗੱਲ ਕਰੀਏ ਤਾਂ ਇਹ ਉੱਥੇ ਯੂਜ਼ ਹੋਊਗਾ ਜਿੱਥੇ ਤੁਹਾਡੇ ਕੋਲ ਬਹੁਤ ਜ਼ਿਆਦਾ ਡਾਟਾ ਅਵੇਲੇਬਲ ਹੈ। ਨਾਰਮਲ ਕੇਸਿਸ ਦੇ ਵਿੱਚ ਡਿਕਸ਼ਨਰੀ ਡਾਟਾ ਟਾਈਪ ਇੰਨਾ ਜ਼ਿਆਦਾ ਯੂਜ਼ ਨਹੀਂ ਹੋਏਗਾ। Coming to your next topic, that is comments. मैं इस टाइम ਤੁਹਾਨੂੰ ਪਾਈਥਨ ਪੜ੍ਹਾ ਰਿਹਾ। ਇਟਸ ਨਾਟ ਅਬਾਊਟ ਪਾਈਥਨ। ਕਿਸੇ ਵੀ ਲੈਂਗੁਏਜ ਦੇ ਕੰਟੈਕਸਟ ਦੇ ਵਿੱਚ, ਕਿਸੇ ਵੀ ਲੈਂਗੁਏਜ, ਚਾਹੇ ਮੈਂ ਤੁਹਾਨੂੰ ਤੁਸੀਂ ਐਸਕੂਐਲ ਵੀ ਪੜ੍ਹੀ ਹੋਏਗੀ, ਠੀਕ ਹੈ, ਤੁਸੀਂ PHP ਵੀ ਪੜ੍ਹੀ ਹੈ, ਤੁਸੀਂ C++ ਵੀ ਪੜ੍ਹਿਆ ਹੋਇਆ ਹੈ, ਜਾਵਾ ਵੀ ਪੜ੍ਹੀ ਹੈ, ਜਾਂ ਕੋਈ ਵੀ ਹੋਰ ਲੈਂਗੁਏਜ, ਕੋਈ ਵੀ, ਚਾਹੇ ਫੋਰਟਰਾਨ ਹੈ, ਪਾਸਕਲ ਹੈ, ਬੇਸਿਕ ਹੈ, ਲਿਸਪ ਲੈਂਗੁਏਜ, ਕੋਈ ਲੈਂਗੁਏਜ ਤੁਹਾਡੀ ਪ੍ਰੋਗਰਾਮਿੰਗ ਲੈਂਗੁਏਜ ਹੋਏਗੀ, ਈਚ ਐਂਡ ਐਵਰੀ ਪ੍ਰੋਗਰਾਮਿੰਗ ਲੈਂਗੁਏਜ, ਹਰ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਕਮੈਂਟਸ ਦਾ ਕਨਸੈਪਟ ਹੁੰਦਾ ਹੈ। ਕਮੈਂਟਸ ਕਿਸ ਚੀਜ਼ ਲਈ ਹੁੰਦੇ ਹੈ? ਅਗਰ ਤੁਸੀਂ ਪ੍ਰੋਗਰਾਮ ਲਿਖਿਆ ਹੈ, ਮੈਂ ਵੈਸੇ ਤੁਹਾਨੂੰ ਇੱਕ ਐਗਜ਼ਾਮਪਲ ਲੈਣਾ ਹੈ, ਤੁਸੀਂ ਕਿਸੇ ਸੌਫਟਵੇਅਰ ਕੰਪਨੀ ਦੇ ਵਿੱਚ ਯੂ ਆਰ ਵਰਕਿੰਗ ਇਨ ਅ ਸੌਫਟਵੇਅਰ ਕੰਪਨੀ, ਤੁਸੀਂ ਉਸ ਸੌਫਟਵੇਅਰ ਕੰਪਨੀ ਦੇ ਵਿੱਚ ਕਾਫੀ ਵੱਡਾ ਸੌਫਟਵੇਅਰ ਬਣਾਇਆ, ਔਰ ਇਹ ਵੀ ਪੋਸੀਬਲ ਹੈ ਕੰਪਨੀਆਂ ਦੇ ਵਿੱਚ EMPLOYEES ਜਿਹੜੇ ਹੁੰਦੇ ਨਾ, ਦੇਟਸ ਵਿੱਚ ਚੇਂਜ ਹੁੰਦੇ ਰਹਿੰਦੇ, ਕੋਈ ਇੱਕ ਕੰਪਨੀ ਚਲਾ ਗਿਆ, ਕੋਈ ਦੂਸਰੀ ਕੰਪਨੀ ਚਲਾ ਗਿਆ, ਉਹ ਸੌਫਟਵੇਅਰ 4 ਸਾਲ 5 ਸਾਲ ਚੱਲਿਆ, ਲੇਕਿਨ ਉਸ ਸੌਫਟਵੇਅਰ ਵਿੱਚ ਅਮੈਂਡਮੈਂਟਸ ਕਰਨੀ, ਅਗਰ ਅਮੈਂਡਮੈਂਟਸ ਕਰਨੀ ਹੈ ਤਾਂ ਮੰਨ ਲਓ ਕੋਈ ਉਸ ਟਾਈਮ ਤੁਸੀਂ ਉਸ ਕੰਪਨੀ 'ਚ ਨਹੀਂ ਹੋ, ਤੁਹਾਡੇ ਬਿਹਾਫ ਤੇ ਕੋਈ ਹੋਰ ਪਰਸਨ ਉਸ ਪ੍ਰੋਜੈਕਟ ਤੇ ਕੰਮ ਕਰਨਾ ਸ਼ੁਰੂ ਹੋ ਗਿਆ, ਤੇ ਜਦੋਂ ਕੋਡਿੰਗ ਪੜ੍ਹੇਗਾ, ਉਸ ਕੋਡਿੰਗ ਨੂੰ ਪੜ੍ਹਨਾ ਸ਼ੁਰੂ ਹੋਏਗਾ, ਤਾਂ ਜ਼ਰੂਰੀ ਨਹੀਂ ਹੈ ਉਹਨੂੰ ਹਰ ਚੀਜ਼ ਕੋਡਿੰਗ ਤੋਂ ਸਮਝ ਆਏਗੀ। ਅਗਰ ਉੱਥੇ ਅਸੀਂ plain English 'ਚ ਲਿਖਿਆ ਹੋਏ that this part of the code is going to do this purpose, this part of the code is going to do this purpose, this part of the coding is going to do this purpose, then that becomes easy. ਉਹ ਚੀਜ਼ ਤੁਹਾਡੇ ਲਈ ਈਜ਼ੀ ਹੋ ਜਾਏਗੀ, ਨਾਟ ਤੁਹਾਡੇ ਲਈ, ਜਿਹੜਾ ਨਵਾਂ ਪਰਸਨ ਆਇਆ, ਜਿਹੜਾ ਨਵਾਂ ਡਿਜ਼ਾਈਨਰ ਆਇਆ, ਚਾਹੇ ਉਹ ਟੈਕਨੀਕਲ ਹੈਂਡ ਹੈ, ਲੇਕਿਨ ਉਸ ਨੂੰ ਉਸ ਕੋਡ ਦੇ ਪੋਰਸ਼ਨ ਨੂੰ ਅੰਡਰਸਟੈਂਡ ਕਰਨਾ ਈਜ਼ੀ ਹੋ ਜਾਏਗਾ that ਇਹ portion of the code it is doing this particular task. ਮੈਂ ਹੋਰ ਐਗਜ਼ਾਮਪਲ ਲੈਣਾ, ਤੁਸੀਂ ਟ੍ਰੇਨ 'ਚ ਟਰੈਵਲ ਕਰਦੇ ਹੋ ਜਾਂ ਬੱਸਿਸ ਟਰੈਵਲ ਕਰਦੇ ਹੋ, ਅਗਰ ਬੱਸ ਤੇ ਤੁਸੀਂ ਬੱਸ ਸਟੈਂਡ ਜਾਓ ਤਾਂ ਤੁਹਾਨੂੰ ਬੱਸ ਸਟੈਂਡ ਦੇ ਵਿੱਚ ਬਹੁਤ ਵੱਡਾ ਟਾਈਮ ਟੇਬਲ ਜਿਹਾ ਬਣਾ ਕੇ ਦੇ ਦਿੱਤਾ ਜਾਏ, ਤੁਸੀਂ ਉਹ ਟਾਈਮ ਟੇਬਲ ਹੀ ਪੜ੍ਹਦੇ ਰਹੋਗੇ, ਉੱਥੇ ਬੱਸਿਸ ਦਾ ਇਹ ਨਹੀਂ ਲਿਖਿਆ ਵੀ ਜਲੰਧਰ ਤੋਂ ਲੁਧਿਆਣਾ ਕਿਹੜੀ ਬੱਸ ਰਹੀ ਹੈ, ਜਲੰਧਰ ਦਾ ਕੋਡ ਲਿਖਿਆ ਹੋਵੇ JUC, ਲੁਧਿਆਣੇ ਦਾ ਕੋਡ ਲਿਖਿਆ ਹੋਵੇ LDH, ਲੈਟ ਸਪੋਜ਼ ਉਹਨਾਂ ਨੇ ਇਹ ਲਿਖਿਆ ਹੋਵੇ, ਤੁਹਾਨੂੰ ਤਾਂ ਇਹੀ ਨਹੀਂ ਸਮਝ ਆਊਗਾ JUC ਕੀ ਹੈ ਤੇ LDH ਕੀ ਹੈ। ਅਗਰ ਇੰਸਟੈਡ ਆਫ that ਉਹਨੇ ਉੱਪਰ ਕਮੈਂਟ ਪਾ ਕੇ ਲਿਖਿਆ ਹੋਵੇ ਜਲੰਧਰ ਟੂ ਲੁਧਿਆਣਾ ਰੂਟ ਬੱਸਿਸ, then that becomes easy for you to understand. ਸੇਮ ਪੈਟਰਨ ਤੇ ਕਮੈਂਟਸ ਕਿਸੇ ਵੀ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਨੈਸੈਸਰੀ ਹੈ, ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਮੈਂਟਸ ਉਸ ਪ੍ਰੋਗਰਾਮ ਨੂੰ, ਉਹਦੀ ਰੀਡੇਬਿਲਿਟੀ ਨੂੰ ਐਨਹਾਂਸ ਕਰਦੇ ਹੈ। ਜਦੋਂ ਵੀ ਕੋਈ ਨਵਾਂ ਯੂਜ਼ਰ ਜਾਂ ਤੁਸੀਂ ਜਿਹਨੇ ਆਪ ਹੀ ਡਿਵੈਲਪ ਕੀਤਾ, ਮੈਂ 4 ਸਾਲ ਪਹਿਲਾਂ ਕੋਈ ਸੌਫਟਵੇਅਰ ਬਣਾਇਆ, ਮੈਨੂੰ ਯਾਦ ਥੋੜੀ ਰਹੇਗਾ, ਅਗਰ ਮੈਂ ਉਹਦੇ ਕਮੈਂਟਸ ਨੂੰ ਧਿਆਨ ਨਾਲ ਪੜੂੰਗਾ ਤਾਂ ਮੇਰੇ ਦਿਮਾਗ 'ਚ ਆਏਗਾ ਯੈਸ ਇਹ ਪੋਰਸ਼ਨ ਇਹ ਕੰਮ ਕਰਦਾ, ਇਹ ਪੋਰਸ਼ਨ ਇਹ ਕੰਮ ਕਰਦਾ। ਸੋ ਵਾਈਲ ਡੂਇੰਗ ਪ੍ਰੋਗਰਾਮਿੰਗ, ਅਸੀਂ ਤੁਸੀਂ ਸਿਸਟਮ ਐਨਾਲਿਸਿਸ ਐਂਡ ਡਿਜ਼ਾਈਨ ਔਰ ਸੌਫਟਵੇਅਰ ਇੰਜੀਨੀਅਰਿੰਗ ਸਬਜੈਕਟ ਪੜ੍ਹਿਆ ਹੈ, ਕਮੈਂਟਸ ਦਾ ਪਰਪਸ ਹੀ ਇਹੀ ਹੁੰਦਾ ਹੈ, ਦੇ ਆਰ ਬੀਇੰਗ ਯੂਜ਼ਡ ਫॉर एनहांसिंग द रीडेबिलिटी ऑफ द कोड। ਔਰ ਯੂਜ਼ਰ ਜਿਹੜਾ ਵੀ ਉਸ ਪ੍ਰੋਗਰਾਮ ਨੂੰ ਡਿਵੈਲਪ ਕਰ ਰਿਹਾ ਹੈ, ਜਿਹੜਾ ਉਸ ਪ੍ਰੋਗਰਾਮ ਨੂੰ ਬਣਾ ਰਿਹਾ ਹੈ, ਉਸ ਨੂੰ ਖੁਦ ਨੂੰ ਇਹ ਬੈਟਰ ਪਤਾ ਲੱਗਦਾ ਹੈ that this portion of the program is doing this and this portion of the program is doing this. Comments can be used to explain Python code. They can be used to make code more readable. ਔਰ Python ਦੇ ਵਿੱਚ ਕਮੈਂਟ ਸਟਾਰਟ ਹੁੰਦਾ ਹੈ ਹੈਸ਼ ਦੇ ਨਾਲ। ਜੋ ਕਮੈਂਟ ਤੋਂ ਬਾਅਦ ਲਿਖਿਆ ਹੁੰਦਾ ਹੈ Python compiler, not compiler, interpreter, Python interpreter ਉਸ ਨੂੰ ਇਗਨੋਰ ਕਰੇਗਾ। ਤੁਸੀਂ ਹੈਸ਼ ਤੋਂ ਬਾਅਦ ਕੁਝ ਵੀ ਲਿਖ ਦਿਓ, that would be treated as a comment, ਔਰ Python ਦਾ interpreter ਉਸ ਨੂੰ ਪ੍ਰੋਸੈਸ ਨਹੀਂ ਕਰੇਗਾ। This comment is only used to enhance the readability of the Python code. Other point, comment ਜ਼ਰੂਰੀ ਨਹੀਂ ਹੈ ਸਟਾਰਟ ਤੋਂ ਹੀ ਹੋਣਾ ਹੈ। ਤੁਸੀਂ ਆਹ ਸਟੇਟਮੈਂਟ ਦੇਖੋ, look at this particular statement,
स्टेटमेंट ਦੇ ਵਿੱਚ ਵੀ ਕਮੈਂਟ ਲਿਖ ਸਕਦੇ ਹੋ। ਜ਼ਰੂਰੀ ਨਹੀਂ ਹੈ ਕਮੈਂਟ ਲਿਖਣ ਲਈ ਤੁਹਾਨੂੰ ਇੰਡੀਪੈਂਡੈਂਟ ਲਾਈਨ ਚਾਹੀਦੀ ਹੈ। ਕਮੈਂਟਸ ਕੈਨ ਬੀ ਪਲੇਸਡ ਐਟ ਦ ਐਂਡ ਆਫ ਦ ਲਾਈਨ और पाइथन इंटरप्रेटर ने इस स्टेटमेंट को प्रोसेस करना है, इस कमेंट ਨੂੰ ਇਗਨੋਰ ਕਰ ਦੇਣਾ। ਜਿਹੜੇ ਇਹ ਕਮੈਂਟਸ ਹੈ, this is a single line comment, this is a single line comment। ਪਾਈਥਨ ਚ ਮਲਟੀ ਲਾਈਨ ਕਮੈਂਟਸ ਵੀ ਅਵੇਲੇਬਲ ਹੈ। ਮਲਟੀ ਲਾਈਨ ਕਮੈਂਟਸ ਕਿੱਦਾਂ ਬਣੋਗੇ? ਤੁਸੀਂ ਹਰ ਲਾਈਨ ਦੇ ਅੱਗੇ ਹੈਸ਼ ਲਗਾਓ। ਜਿੱਦਾਂ ਸੀ ਚ ਕੀ ਸੀਗਾ ਜਾਂ C++ ਕੀ ਸੀਗਾ, ਡਬਲ ਸਲੈਸ਼ ਪਾਉਂਦੇ ਸੀ, that line is being treated as a comment। ਲੇਕਿਨ ਉਹਦੇ ਚ ਅਗਰ ਤੁਸੀਂ ਮਲਟੀ ਲਾਈਨ ਕਮੈਂਟ ਲਿਖਣਾ ਹੈ ਤਾਂ ਸਲੈਸ਼ ਸਟਾਰ ਪਾਓ, ਭਾਵੇਂ ਤੁਸੀਂ 5 ਲਾਈਨਾਂ ਚ ਲਿਖੀ ਜਾਓ, ਅਖੀਰ ਚ ਸਟਾਰ ਸਲੈਸ਼ ਪਾਓ। ਲੇਕਿਨ ਪਾਈਥਨ ਦੇ ਵਿੱਚ ਐਦਾਂ ਮਲਟੀ ਲਾਈਨ ਕਮੈਂਟਸ ਨਹੀਂ ਅਵੇਲੇਬਲ ਹੈ। ਤੁਸੀਂ ਜਿੰਨੀਆਂ ਲਾਈਨਾਂ ਲਿਖਣੀਆਂ ਉਹਦੇ ਅੱਗੇ ਹੈਸ਼ ਪਾਈ ਜਾਓ। ਚਾਹੇ ਤੁਸੀਂ 10 ਲਾਈਨਾਂ ਲਿਖਣੀਆਂ, ਉਹਦੇ ਅੱਗੇ ਹੈਸ਼ ਦਾ ਸਿੰਬਲ ਪਾ ਲਓ, ਤਾਂ then becomes a multi-line comment। And comments are really necessary for the coding, or comments are not executed by the program interpreter। ਤੁਹਾਡੇ ਇੰਟਰਪ੍ਰੀਟਰ ਨੇ ਉਹਨਾਂ ਕਮੈਂਟਸ ਨੂੰ ਪ੍ਰੋਸੈਸ ਨਹੀਂ ਕਰਨਾ। Now coming to other topic, that is your Python string functions। Strings ਅਸੀਂ Python ਚ ਪੜ੍ਹੀ ਹੈ। String is a collection of characters। ਔਰ ਉਹਨਾਂ strings ਤੇ different kind of functions perform ਕੀਤੇ ਜਾਂਦੇ ਆ। ਇਹਨਾਂ ਨੂੰ ਤੁਸੀਂ functions ਵੀ ਕਹਿ ਸਕਦੇ ਹੋ, ਇਹਨਾਂ ਨੂੰ ਤੁਸੀਂ methods ਵੀ ਕਹਿ ਸਕਦੇ ਹੋ। Functions and methods are one and the same thing। Python string functions। ਔਰ ਸਭ ਤੋਂ ਇੰਪੋਰਟੈਂਟ ਫੰਕਸ਼ਨ ਔਰ ਸਭ ਤੋਂ ਪਹਿਲਾ ਫੰਕਸ਼ਨ ਜਿਹੜਾ ਤੁਸੀਂ ਹਰ ਪ੍ਰੋਗਰਾਮਿੰਗ ਲੈਂਗੁਏਜ ਵਿੱਚ ਯੂਜ਼ ਕੀਤਾ ਹੋ ਜਾਏਗਾ, length function, LEN, length function। This function returns the length of a string। For example, A is equal to India। अगर लेंथ की गल करोगे तो आउटपुट becomes equal to 5। क्यों 5 है? Because 1 2 3 4 5। ਹੁਣ ਮੈਂ ਇਹਨਾਂ ਲੈਂਥ ਫੰਕਸ਼ਨ ਦੇ ਕੰਟੈਕਸਟ ਦੇ ਵਿੱਚ ਇੱਕ ਤੁਹਾਡੇ ਨਾਲ ਗੱਲ ਕਰਦਾ। ਮੈਂ ਇਹਨਾਂ ਦੇ ਲਈ ਤੁਹਾਡੇ ਅਗਰ ਅਸੀਂ ਇਹਨਾਂ ਨੂੰ, ਕਿਉਂਕਿ ਹੁਣ ਮੈਂ ਸਿਰਫ ਤੁਹਾਨੂੰ ਪ੍ਰੈਜੈਂਟੇਸ਼ਨ 'ਚ ਲਿਖ ਰਿਹਾ ਨਾ, ਬਟ ਬੈਟਰ ਹੈ ਅਸੀਂ ਇਹਨਾਂ ਨੂੰ ਪਰਫਾਰਮ ਕਰਕੇ ਵੀ ਦੇਖੀਏ। that would always be better ਵੀ ਅਸੀਂ ਇਹਨਾਂ ਨੂੰ ਪਰਫਾਰਮ ਕਰਕੇ ਦੇਖੀਏ ਵੀ ਵੈਦਰ ਜੋ ਇਸ ਪ੍ਰੈਜੈਂਟੇਸ਼ਨ 'ਚ ਲਿਖਿਆ ਹੈ ਉਹ ਪ੍ਰੋਗਰਾਮ ਇਹਦਾ ਚੱਲਦਾ ਵੀ ਹੈ ਜਾਂ ਨਹੀਂ। ਸੋ ਮੈਂ ਉਹੀ ਚੀਜ਼ ਹੁਣ ਤੁਹਾਡੇ ਨਾਲ ਕਰਨ ਲੱਗਾ। ਮੈਂ ਲੈਂਥ ਫੰਕਸ਼ਨ ਜਾਂ ਕੋਈ ਹੋਰ ਪਾਰਟਿਕੂਲਰ ਫੰਕਸ਼ਨਸ ਆਈ ਐਮ ਗੋਇੰਗ ਟੂ ਸ਼ੇਅਰ ਦੈਟ ਵਿਦ ਯੂ। ਜਿਸ ਵੇ ਨਾ ਹੁਣੇ ਮੈਂ ਤੁਹਾਨੂੰ ਐਗਜ਼ਾਮਪਲ ਲਈ ਸੀਗੀ, ਤਾਂ ਸੇਮ ਐਗਜ਼ਾਮਪਲ ਮੈਂ ਤੁਹਾਡੇ ਨਾਲ ਲੈ ਰਿਹਾ। ਲੈਟਸ ਸਪੋਜ਼ A is equal to India is great। ਤੁਹਾਡੀ ਸਕਰੀਨ ਤੇ ਇਸ ਟਾਈਮ ਪਾਈਥਨ ਦਾ ਸ਼ੈਲ ਆ ਰਿਹਾ ਹੈ। ਓਕੇ, ਨੈਕਸਟ ਲਾਈਨ ਦੇ ਵਿੱਚ ਮੈਂ ਲਿਖ ਰਿਹਾ ਤੁਹਾਡਾ ਲੈਂਥ A। लोअर केस लिखना है, अपर केस नहीं लिखना। लोअर केस लिखना LEN, लोअर केस लिखना, अपर केस नहीं लिखना। लुक एट द आउटपुट। कितनी है लेंथ है दी? 14। 1 2 3 4 5 6 7 8 9 10 11 12। लेकिन आउटपुट 14 है क्योंकि ਇਹਨੇ ਦੋ ਬਲੈਂਕ ਸਪੇਸਿਸ ਜਿਹੜੇ ਸੀ ਨਾ, ਇਹਨੇ ਉਹਨਾਂ ਨੂੰ ਵੀ ਕਰੈਕਟਰ ਕਾਊਂਟ ਕੀਤਾ। यही अगर मैं ਤੁਹਾਡਾ ਦੁਆਰਾ ਤੇ ਇਸ ਐਗਜ਼ਾਮਪਲ ਨੂੰ ਕਰਕੇ ਦੇਖਦਾ ਹੈ, इंडिया इज ग्रेट, कोई स्पेस नहीं मैं देता। और नेक्स्ट स्टेटमेंट में लिखना है लेंथ ए। ਹੁਣ ਚੈੱਕ ਕਰੋ ਤੁਹਾਡੀ ਆਊਟਪੁੱਟ ਆ ਰਹੀ ਹੈ 12। ਇੰਡੀਆ ਇਜ਼ ਗ੍ਰੇਟ ਜਦੋਂ ਮੈਂ ਫਸਟ ਲਾਈਨ 'ਚ ਲਿਖਿਆ, ਮੈਂ ਬਲੈਂਕ ਸਪੇਸ ਦਿੱਤਾ, 5 ਕਰੈਕਟਰ ਇੰਡੀਆ ਦੇ ਹੈ, 2 ਕਰੈਕਟਰ IS ਦੇ ਹੈ, 5 ਕਰੈਕਟਰ ਗ੍ਰੇਟ ਦੇ। 5 5 10 ਤੋਂ 12 12 ਤੁਹਾਡੀ ਲੈਂਥ ਆਣੀ ਚਾਹੀਦੀ ਸੀ, ਲੇਕਿਨ ਲੈਂਥ ਆਈ 14। 14 ਕਿਉਂ ਆਈ ਹੈ? ਬਿਕੋਜ਼ ਇੱਕ ਬਲੈਂਕ ਸਪੇਸ, ਇਹਨੂੰ ਵੀ ਬਲੈਂਕ ਸਪੇਸ ਇਜ਼ ਆਲਸੋ ਬੀਂਗ ਕਾਊਂਟਡ ਐਜ਼ ਏ ਕਰੈਕਟਰ। ਇਸ ਚੀਜ਼ ਨੂੰ ਆਪਣੇ ਦਿਮਾਗ 'ਚ ਰੱਖਣਾ। ਕੋਈ ਵੀ ਸਟ੍ਰਿੰਗ ਹੈ ਉਹਦੇ ਵਿੱਚ ਜਿਹੜਾ ਵੀ ਬਲੈਂਕ ਸਪੇਸ ਹੋਏਗਾ that would be counted as a character।
ਔਰ ਜਦੋਂ ਮੈਂ ਇਹਦੇ 'ਚ ਸਪੇਸ ਨਹੀਂ ਰੱਖੀ ਹੈ ਦੈਨ ਤੁਹਾਡੀ ਲੈਂਥ ਜਿੰਨੇ ਤੁਹਾਡੇ ਕਰੈਕਟਰਸ ਹੈ ਉਨੇ ਹੀ ਕਰੈਕਟਰ ਬਣ ਕੇ ਆਏ। ਸੋ ਦਾ ਲੈਂਥ ਫੰਕਸ਼ਨ ਦਾ ਕੀ ਪਰਪਸ ਹੁੰਦਾ ਹੈ? ਲੈਂਥ ਫੰਕਸ਼ਨ ਇਜ਼ ਗੋਇੰਗ ਟੂ ਫਾਈਂਡ ਦਾ ਲੈਂਥ ਆਫ ਏ ਸਟ੍ਰਿੰਗ। ਫਸਟ ਫੰਕਸ਼ਨ, ਅਗਰ ਮੈਂ ਇੱਥੇ ਸਟ੍ਰਿੰਗ ਇੰਡੀਆ ਲਿਖਦਾ ਤਾਂ ਆਊਟਪੁੱਟ ਤੁਹਾਡੀ 5 ਆਈ ਸੀ। ਨਾਓ ਇੱਥੇ ਦੇਖੋ ਲੈਂਥ ਫੰਕਸ਼ਨ ਨੂੰ ਥੋੜੇ ਹੋਰ ਬੈਟਰ ਵੇ ਨਾਲ ਅਸੀਂ ਇਹਨੇ ਐਕਸਪਲੇਨ ਕੀਤਾ ਹੈ। A function is something stored that we can use. अगर सपोज कोई मैं स्ट्रिंग बनाना लिखा है तो आउटपुट 6 आएगी। जो स्ट्रिंग लिखोगे ਉਹਦੇ ਕੰਟੈਕਸਟ ਦੇ ਵਿੱਚ ਆਊਟਪੁੱਟ ਬਣ ਕੇ ਆਏਗੀ, ਚਾਹੇ ਮੈਂ ਲੈਂਥ ਫੰਕਸ਼ਨ ਦੀ ਗੱਲ ਕਰਾਂ ਜਾਂ ਕਿਸੇ ਫੰਕਸ਼ਨ ਦੀ ਗੱਲ ਕਰਾਂ। this function will find the number of characters that are being available ਔਰ ਉਹਨਾਂ ਕਰੈਕਟਰ ਦੇ ਕੰਟੈਕਸਟ ਦੇ ਵਿੱਚ ਜਿੰਨੀ ਆਊਟਪੁੱਟ ਹੋਏਗੀ ਉਹ ਤੁਹਾਡੇ ਸਾਹਮਣੇ ਬਣ ਕੇ ਆਏਗੀ। दूसरा जो पाइथन ਦੇ ਵਿੱਚ ਅਸੀਂ ਫੰਕਸ਼ਨ ਯੂਜ਼ ਕਰਾਂਗੇ that would be your str ਫੰਕਸ਼ਨ। ਇਹਨੂੰ str ਹੀ ਕਹਿਣਾ, ਮੈਂ string ਫੰਕਸ਼ਨ ਨਹੀਂ ਬੋਲੂੰਗਾ। this function will convert any data type to string। कोई भी डाटा होएगा ना, अगर मैं लिखता str2 + 3j, एक कॉम्प्लेक्स डाटा है, कॉम्प्लेक्स डाटा टाइप है, इसने इसनू भी स्ट्रिंग च कन्वर्ट कर दिया। अगर ਤੁਸੀਂ ਕਿਸੇ ਵੀ ਡਾਟਾ ਟਾਈਪ ਨੂੰ ਸਟ੍ਰਿੰਗ ਚ ਕਨਵਰਟ ਕਰਨਾ ਚਾਹੁੰਦੇ ਹੋ, ਤੁਹਾਨੂੰ ਕਨਵਰਸ਼ਨ ਦੀ ਜ਼ਰੂਰਤ ਪਏਗੀ ਜਦੋਂ ਤੁਸੀਂ ਪ੍ਰੋਗਰਾਮਿੰਗ ਕਰੋਗੇ ਤਾਂ ਤੁਹਾਡਾ str ਫੰਕਸ਼ਨ ਯੂਜ਼ ਹੁੰਦਾ ਹੈ। this function is being used for converting any data type to string। next ਤੁਹਾਡਾ ਫੰਕਸ਼ਨ ਜਿਹੜਾ lower and upper, this function returns the string in lower and upper cases and बड़ा सिंपल जिहा मैं ਤੁਹਾਨੂੰ ਇਹਨੂੰ ਐਕਸਪਲੇਨ ਕਰਕੇ ਤੁਹਾਨੂੰ ਦਿਖਾ ਵੀ ਦੇਣਾ ਹੈ। ਜੋ ਚੀਜ਼ਾਂ ਪ੍ਰੈਕਟੀਕਲੀ ਤੁਹਾਡੇ ਸਾਹਮਣੇ ਦਿਖਾਵਾਂਗੇ that would be better for you people। ਜਦੋਂ ਪ੍ਰੈਕਟੀਕਲੀ ਕੋਈ ਚੀਜ਼ ਹੋ ਰਹੀ ਹੈ ਨਾ, ਤੇ ਅਗਰ ਤੁਸੀਂ ਉਹਨੂੰ ਕਰਕੇ ਦੇਖੋਗੇ ਤਾਂ ਤੁਹਾਨੂੰ ਅੱਛਾ ਲੱਗੇਗਾ। ਲੈਟਸ ਸਪੋਜ਼ x is equal to, मैं स्मॉल ही लूंगा, x is equal to इंडिया। इंडिया is great ही लिखते हैं। then x dot lower, look at the output। ਤੁਹਾਡੀ ਆਊਟਪੁੱਟ ਤੁਹਾਡੀ ਸਕਰੀਨ ਤੇ ਤੁਹਾਡੇ ਸਾਹਮਣੇ ਆ ਰਹੀ ਹੈ, ਇੰਡੀਆ ਇਜ਼ ਗ੍ਰੇਟ ਲੋਅਰ ਕੇਸ ਚ ਆ ਗਈ। और अगर मैं यही चीज लिखा x is equal to इंडिया इज ग्रेट लोअर केस ਦੇ ਵਿੱਚ, और मैं इस बार स्टेटमेंट लिख रहे हैं x डॉट अपर। ਹੁਣ ਤੁਹਾਡੀ ਸਕਰੀਨ ਤੇ ਤੁਹਾਡੇ ਸਾਹਮਣੇ ਆਊਟਪੁੱਟ ਆ ਰਹੀ ਹੈ ਇੰਡੀਆ ਇਜ਼ ਗ੍ਰੇਟ ਇਨ ਅਪਰ ਕੇਸ। ਸੋ ਲੋਅਰ ਐਂਡ ਅਪਰ ਫੰਕਸ਼ਨ ਦਾ ਕੀ ਪਰਪਸ ਹੈ? ਲੋਅਰ ਐਂਡ ਅਪਰ ਫੰਕਸ਼ਨ ਆਰ ਬੀइंग यूज्ड to convert string into lower case और upper case। ਤੁਸੀਂ ਇਸ string ਨੂੰ ਅਗਰ lower case ਕਨਵਰਟ ਕਰਨਾ ਚਾਹੁੰਦੇ ਹੋ ਤਾਂ lower case ਕਨਵਰਟ ਕਰੇਗਾ, ਅਗਰ ਤੁਸੀਂ ਇਹਨੂੰ upper case ਕਨਵਰਟ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ upper case ਦੇ ਵਿੱਚ ਕਨਵਰਟ ਕਰੇਗਾ। ਲਾਈਕਵਾਈਜ਼ ਉਹੀ ਐਗਜ਼ਾਮਪਲਸ ਮੈਂ ਇੱਥੇ ਲਿਖੀਆਂ ਹੋਈਆਂ, the same example मैं ਤੁਹਾਨੂੰ practically demonstrate ਕੀਤੀ ਹੈ। these are being used for converting to upper case and lower case। फोर्थ फंक्शन है स्ट्रिप। स्ट्रिप फंक्शन का मतलब है जिन्ने भी ब्लैंक स्पेसेस है फ्रॉम द बिगिनिंग एंड फ्रॉम द एंड। ਤੁਸੀਂ ਕੋਈ ਸਟ੍ਰਿੰਗ ਲਿਖਦੇ ਹੋ, ਉਸ ਸਟ੍ਰਿੰਗ ਦੇ ਸਟਾਰਟ ਤੇ ਕੋਈ ਖਾਲੀ ਸਪੇਸਿਸ ਹੈ ਜਾਂ ਉਸ ਸਟ੍ਰਿੰਗ ਦੇ ਐਂਡ ਤੇ ਕੋਈ ਖਾਲੀ ਸਪੇਸਿਸ ਹੈ, then strip function ਉਹਨਾਂ ਖਾਲੀ ਸਪੇਸਿਸ ਨੂੰ ਰਿਮੂਵ ਕਰਦਾ। ਲਾਈਕਵਾਈਜ਼ a is equal to blank space ਮੈਂ ਛੱਡਿਆ, ਉਸ ਤੋਂ ਬਾਅਦ ਇੰਡੀਆ ਲਿਖਿਆ, ਅਗਰ ਮੈਂ a dot strip ਕਮਾਂਡ ਲਿਖਾਂਗਾ तो जी लैफ्ट हैंड साइड से ए जेडे ब्लैंक स्पेसेस है ये सारे दे सारे ब्लैंक स्पेसेस रिमूव होंगे। नाउ नेक्स्ट जो फंक्शन है इस डिजिट, इथे बूलियन डाटा टाइप का यूज आना गया। रिटर्न ट्रू इफ ऑल कैरेक्टर्स इन ए स्ट्रिंग आर डिजिट्स। अगर किसी स्ट्रिंग दे विच सारे कैरेक्टर डिजिट्स हैं देन ए ट्रू रिटर्न करेगा। इस डिजिट आइदर इट वुड बी ट्रू or it would be false। A is equal to 787
a डॉट इस डिजिट क्योंकि सारे डिजिट्स है इस करके उस आउटपुट ਨੂੰ ट्रू रिटर्न कर रहे हैं और अगर सारे डिजिट्स ना होंगे तो इसने इस आउटपुट ਨੂੰ false रिटर्न करना is alpha जिदा is डिजिट है ਉਹਦਾ is alpha है अगर सारे करैक्टर ਤੁਹਾਡੇ अल्फाबेट्स है तो ਇਹ ट्रू रिटर्न करेगा और लुक एट दिस एग्जांपल ਇਹਦੇ ਵਿੱਚ ਇੱਕ न्यूमेरिक करैक्टर आ गया इस करके इस ਨੂੰ false रिटर्न करेगा is digit and is alpha functions आपस ਦੇ ਵਿੱਚ somewhat related है is digit सिर्फ digits ਨੂੰ चेक करेगा is alpha ਤੁਹਾਡੇ alphabets ਨੂੰ चेक करेगा अगर सारे alphabets है is alpha function लगाओगे then it will return true और अगर सारे digits है is digit function लगाओगे it will return true और अगर नहीं है सारे digits तो ਇਹਨੂੰ false return next is space it will return true if all characters in a string are spaces ਜੇ ਤੁਹਾਡੀ blank string if the string is blank ਤਾਂ ਇਸ space will return true और अगर ਤੁਹਾਡੀ string blank नहीं है ਇਹਦੇ ਵਿੱਚ ਕੁਝ ਨਾ ਕੁਝ ਲਿਖਿਆ ਆਇਆ ਹੈ then is space that will return you the false ਤੁਹਾਨੂੰ false return ਕਰ so with this ਮੈਂ ਅੱਜ ਦੇ ਜਿਹੜੇ ਲੈਕਚਰ ਹੈ ਜਿਹੜੇ ਉਹ ਹੈ ਉਹਨੂੰ ਮੈਂ ਕੰਪਲੀਟ ਕਰ ਰਿਹਾ ਓਕੇ ਮੈਂ ਫੰਕਸ਼ਨ ਸਟਾਰਟ ਕੀਤੇ ਹੈ ਸਟ੍ਰਿੰਗ ਦੇ ਫੰਕਸ਼ਨਸ ਦੋ ਚਾਰ ਨਹੀਂ ਹੈ ਕਾਫੀ ਫੰਕਸ਼ਨਸ ਹੈ ਨੈਕਸਟ ਲੈਕਚਰ ਦੇ ਵਿੱਚ ਮੈਂ ਸਟ੍ਰਿੰਗ ਦੇ ਫੰਕਸ਼ਨਸ ਨੂੰ ਹੋਰ ਜਿਹੜੇ ਫੰਕਸ਼ਨਸ ਹੈ ਮੈਂ ਉਹਨਾਂ ਨੂੰ ਡਿਸਕਸ ਕਰਾਂਗਾ ਵਿਦ ਦਿਸ ਮੈਂ ਅੱਜ ਦਾ ਇੱਥੇ ਲੈਕਚਰ ਕੰਪਲੀਟ ਕਰਦਾ